ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਉਹਨਾਂ ਦੀ ਜਿੱਤਾਂ ਦੇ ਸੈਕੰਡ ਪਾਰਟ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਲੈਕਚਰ ਦੇ ਪਹਿਲੇ ਭਾਗ ਦੇ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਬਾਰੇ ਔਰ ਉਹਨਾਂ ਦੀਆਂ ਜਿੱਤਾਂ ਨੂੰ ਸੰਖੇਪ ਰੂਪ ਦੇ ਵਿੱਚ ਅਸੀਂ ਜਾਣਿਆ ਸੀ ਔਰ ਅਸੀਂ ਇਹ ਜਾਣਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਛੋਟੀ ਜਿਹੀ ਸ਼ੁਕਰ ਚੱਕਿਆ ਮਿਸਲ ਤੋਂ ਸ਼ੁਰੂ ਹੋ ਕੇ ਜਦੋਂ ਉਹਨਾਂ ਦੀ ਮੌਤ ਹੋਈ 1839 ਈਸਵੀ ਦੇ ਵਿੱਚ ਤਾਂ ਉਸ ਵੇਲੇ ਤੱਕ ਉਹਨਾਂ ਨੇ ਬਹੁਤ ਵੱਡੇ ਸਾਮਰਾਜ ਦੀ ਸਥਾਪਨਾ ਕਰ ਲਈ ਸੀ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਟੋਟਲ 12 ਸੁਤੰਤਰ ਮਿਸਲਾਂ ਸਨ ਔਰ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਬਾਕੀ ਦੀਆਂ 11 ਮਿਸਲਾਂ ਨੂੰ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਅਲੱਗ-ਅਲੱਗ ਤਰੀਕੇ ਦੇ ਨਾਲ, ਕਿਸੇ ਨੂੰ ਮਿੱਤਰਤਾ ਦੇ ਨਾਲ, ਕਿਸੇ ਨੂੰ ਕਮਜ਼ੋਰ ਮਿਸਲ ਨੂੰ ਉਹਨਾਂ ਨੇ ਹਥਿਆ ਲਿਆ ਸੀ ਔਰ ਕਿਸੇ ਦੇ ਨਾਲ ਵਿਆਹ ਸੰਬੰਧ ਕਾਇਮ ਕਰਕੇ ਔਰ ਕਿਸੇ ਨਾਲ ਯੁੱਧ ਕਰਕੇ ਉਹਨਾਂ ਨੇ ਹਰ ਉਹ ਤਰੀਕਾ ਅਪਣਾਇਆ ਜਿਸ ਦੇ ਨਾਲ ਉਹ ਮਿਸਲ ਦੇ ਉੱਪਰ ਉਹ ਆਪਣਾ ਹੱਕ ਜਮਾ ਸਕਦੇ ਸੀ। ਇਸ ਤਰ੍ਹਾਂ ਉਹਨਾਂ ਦੀਆਂ ਮਿਸਲਾਂ ਦੀ ਨੀਤੀ ਦੀ ਵੀ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਅਸੀਂ ਇਸ ਦੇ ਵਿੱਚ ਉਹਨਾਂ ਦੀ ਮਿਸਲ ਨੀਤੀ ਦੇ ਬਾਰੇ ਔਰ ਕਿਸ ਤਰ੍ਹਾਂ ਉਹਨਾਂ ਨੇ ਸਤਲੁਜ ਤੋਂ ਉੱਪਰਲੇ ਵਾਲੇ ਪਾਸੇ ਉਹਨਾਂ ਨੇ ਆਪਣੀ ਜਿੱਤਾਂ ਜਿਹੜੀਆਂ ਪ੍ਰਾਪਤ ਕੀਤੀਆਂ ਔਰ ਉਹਨਾਂ ਦੀਆਂ ਮਹੱਤਵਪੂਰਨ ਜਿੱਤਾਂ ਸਨ ਜਿਨ੍ਹਾਂ ਦੇ ਵਿੱਚ ਕਸ਼ਮੀਰ, ਪੇਸ਼ਾਵਰ, ਅਟਕ, ਡੇਰਾ ਇਸਮਾਇਲ ਖਾਂ, ਬੰਨੂ, ਮਨਕੇਰਾ, ਇਹ ਸਾਰੀਆਂ ਜਿੱਤਾਂ ਦੇ ਬਾਰੇ ਅੱਜ ਅਸੀਂ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦਾ ਮੁਲਾਂਕਣ ਕਰਦੇ ਹਾਂ ਕਿ ਉਹਨਾਂ ਦੀ ਜੋ ਉਹਨਾਂ ਨੇ ਉਹ ਨੀਤੀ ਅਡਾਪਟ ਕੀਤੀ ਸੀ ਮਿਸਲ ਨੀਤੀ, ਉਸ ਦੇ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਹਨ। ਐਨ.ਕੇ. ਸਿਨਹਾ, ਗ੍ਰਿਫਨ ਅਤੇ ਲਤੀਫ ਉਹ ਇਹ ਮੰਨਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦੇ ਉੱਪਰ ਇੱਕ ਤਰ੍ਹਾਂ ਨਾਲ ਅਤਿਆਚਾਰੀ ਤਰੀਕੇ ਦੇ ਨਾਲ ਆਪਣੀਆਂ ਜਿੱਤਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਸਨ, ਆਪਣਾ ਹੱਕ ਜਤਾਇਆ ਸੀ ਕਿਉਂਕਿ ਰਣਜੀਤ ਸਿੰਘ ਨੇ ਕੁਝ ਜੋ ਕਿ ਜਿਵੇਂ ਕਿ ਡਾਕਟਰ ਐਨ.ਕੇ. ਸਿਨਹਾ ਲਿਖਦੇ ਹਨ ਕਿ ਰਣਜੀਤ ਸਿੰਘ ਦੀ ਨੀਤੀ ਸਾਰੀਆਂ ਸਿੱਖ ਮਿਸਲਾਂ ਨੂੰ ਹੜੱਪ ਕਰ ਜਾਣ ਵਾਲੀ ਸੀ। ਉਸ ਦੇ ਰਾਜ ਵਿੱਚ ਨਾ ਤਾਂ ਰਿਸ਼ਤੇਦਾਰੀ ਦੇ ਬੰਧਨ ਅਤੇ ਨਾ ਹੀ ਅਹਿਸਾਨਮੰਦੀ ਦੀ ਭਾਵਨਾ ਰੁਕਾਵਟ ਪਾ ਸਕਦੀ ਸੀ। ਜਿਵੇਂ ਕਿ ਸਾਹਮਣੇ ਇਹ ਕੋਟੇਸ਼ਨ ਲਿਖੀ ਹੋਈ ਹੈ ਡਾਕਟਰ ਐਨ.ਕੇ. ਸਿਨਹਾ ਦੀ। ਵਿਦਿਆਰਥੀਓ, ਤੁਸੀਂ ਇਹਨਾਂ ਕੋਟੇਸ਼ਨਸ ਪਾ ਕੇ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਲਿਖੀਆਂ ਹੋਈਆਂ ਜੋ ਗੱਲਾਂ ਹਨ ਉਹਨਾਂ ਨੂੰ ਤੁਸੀਂ ਨੋਟ ਕਰਦੇ ਜਾਣਾ ਹੈ ਕਿਉਂਕਿ ਪ੍ਰੀਖਿਆ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਲਿਖਦੇ ਹੋ ਸੰਬੰਧਿਤ ਪ੍ਰਸ਼ਨ ਦੇ ਵਿੱਚ ਤਾਂ ਤੁਹਾਨੂੰ ਇਸ ਦੇ ਜ਼ਿਆਦਾ ਨੰਬਰ ਪ੍ਰਾਪਤ ਹੋ ਸਕਦੇ ਹਨ ਕਿਉਂਕਿ ਇਹਨਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈ ਦੂਜਾ ਪੱਖ ਆਉਂਦਾ ਹੈ ਕਿ ਪਹਿਲਾ ਪੱਖ ਅਸੀਂ ਇਹ ਕੀਤਾ ਕਿ ਉਹਨਾਂ ਮਿਸਲਾਂ ਦੇ ਉੱਪਰ ਆਕਰਮਣਕਾਰੀ ਨੀਤੀ ਅਪਣਾਈ ਮਹਾਰਾਜਾ ਰਣਜੀਤ ਸਿੰਘ ਨੇ। ਕਮਜ਼ੋਰ ਮਿਸਲਾਂ ਦੇ ਉੱਪਰ ਉਹਨਾਂ ਦੇ ਬਾਰੇ ਇਹ ਨਹੀਂ ਦੇਖਿਆ ਕਿ ਉਹ ਮਿਸਲ ਕਿਸ ਤਰ੍ਹਾਂ ਨਾਲ ਗੁਜ਼ਾਰਾ ਕਰ ਰਹੀ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਕਈ ਸ਼ਕਤੀਸ਼ਾਲੀ ਮਿਸਲਾਂ ਨਾਲ ਵੀ ਚੰਗਾ ਵਿਵਹਾਰ ਨਹੀਂ ਕੀਤਾ ਸੀ ਔਰ ਕਈ ਮਿਸਲਾਂ ਦੇ ਨਾਲ ਜਿਵੇਂ ਕਿ ਡੱਲੇ ਵਾਲੀਆ ਮਿਸਲ ਦੇ ਨੇਤਾ ਸਨ ਸਰਦਾਰ ਤਾਰਾ ਸਿੰਘ ਘੇਬਾ, ਜਦੋਂ ਉਹਨਾਂ ਦੀ ਮੌਤ ਜਦੋਂ ਤੱਕ ਨਹੀਂ ਹੋਈ ਉਸ ਵੇਲੇ ਤੱਕ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨਾਲ ਮਿੱਤਰਤਾ ਪਾਈ ਰੱਖੀ ਸੀ, ਲੇਕਿਨ ਜਦੋਂ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਡੱਲੇ ਵਾਲੇ ਮਿਸਲ ਤੇ ਵੀ ਉਹਨਾਂ ਨੇ ਆਪਣਾ ਅਧਿਕਾਰ ਕਰ ਲਿਆ ਸੀ। ਇਸੇ ਤਰ੍ਹਾਂ ਆਲੂ ਵਾਲੀਆ ਮਿਸਲ, ਰਾਮਗੜੀਆ ਮਿਸਲ ਅਤੇ ਮਿਸਲ ਦੇ ਨਾਲ ਵੀ ਰਣਜੀਤ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਸੀ। ਔਰ ਦੂਜੇ ਪੱਖ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਉਸ ਨੀਤੀ ਦਾ ਸਮਰਥਨ ਕੀਤਾ ਗਿਆ ਹੈ ਕਿ ਜਸਟੀਫਿਕੇਸ਼ਨ ਦਿੱਤੀ ਗਈ ਹੈ ਰਣਜੀਤ ਸਿੰਘ ਦੀ ਮਿਸਲ ਪਾਲਿਸੀ ਦੇ ਬਾਰੇ, ਜਿਸ ਦੇ ਵਿੱਚ ਫਸਟ ਪੁਆਇੰਟ ਹੈ ਕਿ ਰਣਜੀਤ ਸਿੰਘ ਨੇ ਜਿਹੜੇ ਸਰਦਾਰਾਂ ਦੀਆਂ ਮਿਸਲਾਂ ਤੇ ਅਧਿਕਾਰ ਕੀਤਾ ਸੀ ਉਹਨਾਂ ਨਾਲ ਬਹੁਤ ਨਰਮ ਵਰਤਾਓ ਕੀਤਾ ਸੀ। ਸੈਕਿੰਡ ਹੈ ਕਿ ਰਣਜੀਤ ਸਿੰਘ ਬਹੁਤ ਸਿਆਣਾ ਅਤੇ ਸੂਝਵਾਨ ਸ਼ਾਸਕ ਸੀ। ਉਹ ਜਾਣਦਾ ਸੀ ਕਿ ਇਹਨਾਂ ਛੋਟੀਆਂ-ਛੋਟੀਆਂ ਕਮਜ਼ੋਰ ਮਿਸਲਾਂ ਦੇ ਹੁੰਦਿਆਂ ਇੱਕ ਸ਼ਕਤੀਸ਼ਾਲੀ ਖਾਲਸਾ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ ਸੀ ਕਿਉਂਕਿ ਅਗਰ ਉਹ ਛੋਟੀਆਂ-ਛੋਟੀਆਂ ਮਿਸਲਾਂ ਰਹਿੰਦੀਆਂ ਤਾਂ ਉਹਨਾਂ ਦੇ ਦੁਸ਼ਮਣਾਂ ਨੇ ਕਿਉਂਕਿ ਆਸ-ਪਾਸ ਅਫਗਾਨ ਲੋਕ ਉਸ ਸਮੇਂ ਬਹੁਤ ਤਾਕਤਵਰ ਸਨ, ਉਹਨਾਂ ਅਫਗਾਨਾਂ ਨੇ ਉਹਨਾਂ ਛੋਟੀਆਂ-ਛੋਟੀਆਂ ਮਿਸਲਾਂ ਦੇ ਉੱਪਰ ਇੱਕ-ਇੱਕ ਕਰਕੇ ਉਹਨਾਂ ਨੂੰ ਆਪਣੇ ਘਰ ਵਿੱਚ ਕਰ ਲੈਣਾ ਸੀ। ਇਸ ਕਰਕੇ ਰਣਜੀਤ ਸਿੰਘ ਦੀ ਇੱਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਔਰ ਇੱਛਾ ਸੀ ਜੋ ਉਸਦੀ ਉਹ ਅਧੂਰੀ ਰਹਿ ਜਾਣੀ ਸੀ। ਉਸ ਤੋਂ ਬਾਅਦ ਨੈਕਸਟ ਹੈ ਇਸ ਦੇ ਪੱਖ ਦੇ ਵਿੱਚ ਹੀ ਕਿ ਰਣਜੀਤ ਸਿੰਘ ਨੇ ਰਿਸ਼ਤੇਦਾਰੀ ਅਤੇ ਅਹਿਸਾਨਮੰਦੀ ਦੀ ਭਾਵਨਾ ਦਾ ਪੱਲਾ ਨਹੀਂ ਛੱਡਿਆ ਸੀ
कि जब तक जोत सिंह रामगढ़िया जिਉਂਦਿਆ ਰਿਹਾ ਤਾਂ ਰਣਜੀਤ ਸਿੰਘ ਨੇ ਉਸ ਦੀ ਮਿਸਲ ਵੱਲ ਕਦੇ ਵੀ ਬੁਰੀ ਅੱਖ ਦੇ ਨਾਲ ਨਹੀਂ ਵੇਖਿਆ ਸੀ। ਔਰ ਇਸੇ ਤਰ੍ਹਾਂ ਉਸ ਦੀ ਸੱਸ ਸਦਾ ਕੌਰ, ਉਹ ਉਸ ਨੂੰ ਵੀ ਤਾਂ ਹੀ ਜੇਲ੍ਹ ਵਿੱਚ ਸੁੱਟਿਆ ਗਿਆ ਸੀ ਕਿਉਂਕਿ ਉਹ ਰਣਜੀਤ ਸਿੰਘ ਦੇ ਵਿਰੁੱਧ ਸਾਜ਼ਿਸ਼ਾਂ ਕਰਨ ਲੱਗ ਪਈ ਸੀ। ਉਸ ਤੋਂ ਬਾਅਦ 4th ਪੁਆਇੰਟ ਹੈ ਕਿ ਰਣਜੀਤ ਸਿੰਘ ਦੀ ਮਿਸਲ ਨੀਤੀ ਨੇ ਪੰਜਾਬ ਵਿੱਚ ਅਸ਼ਾਂਤੀ ਖਤਮ ਕਰ ਦਿੱਤੀ ਸੀ। ਭਾਵ ਕਿ ਇਸ ਤੋਂ ਕੀ ਸਪਸ਼ਟ ਹੈ ਕਿ ਰਣਜੀਤ ਸਿੰਘ ਦੀ ਮਿਸਲ ਨੀਤੀ, ਭਾਵ ਕਿ ਜਦੋਂ ਤੱਕ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਨਹੀਂ ਕੀਤਾ ਉਸ ਵੇਲੇ ਤੱਕ ਪੰਜਾਬ ਦੇ ਵਿੱਚ ਬਹੁਤ ਅਸ਼ਾਂਤੀ ਫੈਲੀ ਹੋਈ ਸੀ। ਲੇਕਿਨ ਜਦੋਂ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਕਰ ਲਿਆ ਤਾਂ ਰਣਜੀਤ ਸਿੰਘ ਨੇ ਇੱਕੋ ਤਰ੍ਹਾਂ ਦਾ ਵਾਤਾਵਰਨ ਔਰ ਸ਼ਾਂਤੀ ਵਿਵਸਥਾ ਕਾਇਮ ਕਰ ਦਿੱਤੀ ਸੀ। ਵਾਤਾਵਰਨ ਸ਼ਾਂਤੀ ਦਾ ਪੈਦਾ ਹੋ ਗਿਆ ਸੀ ਔਰ ਲੋਕ ਰਣਜੀਤ ਸਿੰਘ ਦੀ ਮਿਸਲ ਨੀਤੀ ਤੋਂ ਬੜੇ ਖੁਸ਼ ਸਨ ਕਿਉਂਕਿ ਰਣਜੀਤ ਸਿੰਘ ਬਹੁਤ ਹੀ ਕੁਸ਼ਲ शासन प्रबंधक भी सी, एक बहुत चंगा एडमिनिस्ट्रेटर सी। उसने अपने समय के दौरान बहुत वधिया नया प्रबंध लागू किया सी, बहुत वधिया आर्थिक नीति और होर बहुत सारे ऐसे काम किए सन, भाव लोक भलाई के काम उसने किए सन, जिस करके उसके समय लोग बड़े ही ज़्यादा खुश होए सन। उस तो बाद नैक्सट है साढ़े कोल सतलुज के दक्षिणी इलाकों को अधीन करना, क्योंकि रणजीत सिंह ਦੇ ਬਾਰੇ ਜਿਵੇਂ ਕਿ ਤੁਹਾਨੂੰ ਪਿਛਲੇ ਲੈਕਚਰ 'ਚ ਵੀ ਦੱਸਿਆ ਗਿਆ ਸੀ ਕਿ ਰਣਜੀਤ ਸਿੰਘ ਇੱਕ ਬਹੁਤ ਹੀ ਉੱਚੀਆਂ ਇੱਛਾਵਾਂ ਰੱਖਣ ਵਾਲਾ ਵਿਅਕਤੀ ਸੀ। ਔਰ ਬਚਪਨ ਦੇ ਵਿੱਚ ਵੀ ਉਸਦੇ ਫਾਦਰ ਨੇ, ਉਸਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੇ ਲਈ ਇਹ ਛੋਟੀ ਜਿਹੀ ਮਿਸਲ ਬਹੁਤ ਛੋਟੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ। ਔਰ ਇਸੇ ਕਰਕੇ ਰਣਜੀਤ ਸਿੰਘ ਦੀ ਇੱਛਾ ਸੀ ਕਿ ਉਹ ਪੂਰੇ ਪੰਜਾਬ ਦੇ ਉੱਪਰ ਆਪਣਾ ਅਧਿਕਾਰ ਕਰਨਾ ਚਾਹੁੰਦਾ ਸੀ, ਇੱਕ ਸੁਤੰਤਰ ਸਿੱਖ ਸਾਮਰਾਜ ਦੀ ਰਣਜੀਤ ਸਿੰਘ ਸਥਾਪਨਾ ਕਰਨੀ ਚਾਹੁੰਦਾ ਸੀ। ਇਸ ਕਰਕੇ ਉਸਨੇ सतलुज के दक्षिणी इलाकों को भी अपने अधीन करने बारे सोचा सी और उसने बहुत हद तक उन्होंने इलाकों उत्ते कब्जा भी कर लिया सीगा कि 1805 ताईं रणजीत सिंह ने लाहौर, अमृतसर और होर कई इलाकों को जित के सतलुज नदी के उत्तर पश्चिम विच एक शक्तिशाली राज कायम कर लिया सी और लाहौर उसकी राजधानी सी। उस लिए उसने बाद दे विच दक्षिण के सतलुज के दक्षिणी प्रदेशों से भी जितण का निश्चय किया सी। इन्हां रियासतां नूं मालवा कहा जाता सी और वो क्यों वधना चाहता सी, जिस दे विच सामने देख रहे हैं कि मालवा वाल वधण दे कारण अते हालात, जिस दे विच फस्ट है कि फुलकिया मिसल का कमज़ोर होना। फुलकिया मिसल का मोढी फूल सिंह सी, वो एक बहुत ही बहादुर अते बहुत ही निडर योद्धा सी। उस दे वंश दे कोल पटियाला, नाभा ते जींद दे इलाके सन और वो बहुत ही बहादुर रहा सी उस वेले और एक बहुत ही उस इलाके दे विच उसदी बहुत ज़्यादा उसका नाम सी। लेकिन जदों अमर सिंह की बाद मौत हुई तो उसका पुत्र साहिब सिंह 7 साल के सी उस वेले जो गद्दी ते बैठा सी और अपने पिता वांग उस अपने पिता के वांग उस बहादरी के गुण नहीं सन। इस करके वो बड़ा होकर बहुत ही कायर, डरपोक अते कमज़ोर निकलिया सी और उसकी अपनी पत्नी आस कौर दे नाल भी नहीं बनती सी और ये इसे करके हौली हौली फुलकिया मिसल कमज़ोर होंदी गई। और सैकेंड पॉइंट है कि अंग्रेज़ों द्वारा ना दखल देण दी नीति। पटियाले का शासक साहिब सिंह रणजीत सिंह नालों अंग्रेज़ों की सहायता लैनी ज़्यादा योग समझदा सी क्योंकि अंग्रेज़ों के कैथल के राजा लाल सिंह और जींद के राजा भाग सिंह नाल बड़े ही चंगे संबंध सन उस वेले। पर अंग्रेज़ उस वेले आप बहुत ही ज़्यादा एक फसे हुए सन एक सोच दे विच, क्योंकि उस वेले रूस और उस नाल ही फ्रांसीसी सैनापति अते पिछों नपोलियन बोनापार्ट नाल वो जिउण मरण के संघर्ष दे विच रुझे हुए सन, उलझे हुए सन। उन्होंने खतरा सी कि नपोलियन दी क्योंकि संधि हो गई सी टिलसिट दी और उस करके रूस और नपोलियन हमला कर सकती सी एशिया के उपर। इस करके उस वेले अंग्रेज़ किसी भी तरीके नाल किसी दे विच भी दखल अंदाजी करना मुनासिब नहीं सन समझते और वो नहीं सन चाहते क्योंकि उन्होंने रणजीत सिंह की भी मदद चाहिए सी। इसलिए उन्होंने किसी भी सिख सरदार को कोई संतोषजनक उत्तर नहीं दिता सी और इस तरह मालवे के कई सरदार रणजीत सिंह के प्रभाव हेठ आने शुरू हो गए सी। पिछों जदों अंग्रेज़ प्रतिनिधि सर चार्लस मैटकाफ रणजीत सिंह को मिलन गया तो उसने आप लिखा है कि महाराजे के तंबू विच सतलुज के दक्षिणी प्रदेशों के राजा ਅਤੇ सरदार इन्ने दब्बू सन कि जापदा है कि बहुत चिर तो वो उसके अधीन रह रहे सन। भाव
कि ਚਾਰਲਸ ਮੈਟਕਾਫ ਨੇ ਖੁਦ ਲਿਖਿਆ ਹੈ ਜਦੋਂ ਰਣਜੀਤ ਸਿੰਘ ਨੂੰ ਮਿਲਣ ਗਿਆ ਕਿ ਉਸ ਦੇ ਰਣਜੀਤ ਸਿੰਘ ਦੇ ਕੋਲ ਬਹੁਤ ਸਾਰੇ ਰਾਜਾ ਉਹਨਾਂ ਅਲੱਗ-ਅਲੱਗ ਪ੍ਰਦੇਸ਼ਾਂ ਦੇ ਦੱਖਣੀ ਪ੍ਰਦੇਸ਼ਾਂ ਦੇ ਉਹ ਬਹੁਤ ਜ਼ਿਆਦਾ ਡਰਪੋਕ ਲੱਗ ਰਹੇ ਸਨ। ਰਣਜੀਤ ਸਿੰਘ ਦੇ ਕੋਲ ਬੈਠੇ ਐਂ ਲੱਗਦਾ ਸੀ ਕਿ ਜਿਸ ਤਰ੍ਹਾਂ ਉਹ ਬਹੁਤ ਦੇਰ ਤੋਂ ਉਹਨਾਂ ਦੇ ਅਧੀਨ ਰਹਿ ਰਹੇ ਸਨ। ਤਾਂ ਇਸ ਤਰ੍ਹਾਂ ਉਸ ਵੇਲੇ ਮਾਲਵਾ ਵੱਲ ਜੋ ਵਧਣ ਦੇ ਹਾਲਾਤ ਸਨ, ਜੋ ਕਾਰਨ ਸਨ, ਉਹ ਕੀਤੇ ਕਿ ਫੁਲਕਿਆ ਮਿਸਲ ਕਮਜ਼ੋਰ ਹੋ ਗਈ ਸੀ, ਨਾਲ ਹੀ ਅੰਗਰੇਜ਼ ਉਸ ਵੇਲੇ ਦਖਲ ਅੰਦਾਜ਼ੀ ਨਹੀਂ ਕਰ ਰਹੇ ਸਨ। ਉਸ ਤੋਂ ਬਾਅਦ ਨੈਕਸਟ ਹੈ ਮਾਲਵੇ ਦੀਆਂ ਮੁਹਿੰਮਾਂ ਕਿ ਐਕਸਪੀਡੀਸ਼ਨਸ ਆਫ ਦ ਸਿਸ ਸਤਲੁਜ ਟੈਰੀਟਰੀਜ਼, ਜਿਸ ਦੇ ਵਿੱਚ ਫਸਟ ਹੈ ਮਾਲਵੇ ਦੀ ਪਹਿਲੀ ਮੁਹਿੰਮ 1806 ਈਸਵੀ। 1806 ਈਸਵੀ ਨੂੰ ਪਿੰਡ ਇੱਕ ਦਲੌਦੀ ਸੀ, ਜਿਸ ਦੇ ਸਵਾਲ ਉੱਤੇ ਨਾਭਾ ਦੇ ਰਾਜਾ ਜਸਵੰਤ ਸਿੰਘ ਅਤੇ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਦੇ ਵਿਚਕਾਰ ਝਗੜਾ ਹੋ ਗਿਆ ਸੀ, ਕਿਉਂਕਿ ਉਹ ਪਟਿਆਲੇ ਤੋਂ 20 ਮੀਲ ਦੇ ਉੱਤਰ ਵਿੱਚ ਅਤੇ ਨਾਭੇ ਤੋਂ ਕੇਵਲ 2 ਮੀਲ ਪੱਛਮ ਦੇ ਵਿੱਚ ਸਥਿਤ ਸੀ ਔਰ ਇਹ ਪਿੰਡ ਦੋਹਾਂ ਰਿਆਸਤਾਂ ਦੀ ਸੀਮਾ ਦੇ ਉੱਤੇ ਸੀ। ਇਸ ਕਰਕੇ ਦੋਨੋਂ ਰਿਆਸਤਾਂ ਇਹ ਮੰਨਦੀਆਂ ਸਨ ਕਿ ਇਹ ਪਿੰਡ ਉਹਨਾਂ ਦੇ ਇਲਾਕੇ ਦਾ ਹੈ ਔਰ ਇਸ ਪਿੰਡ ਵਿੱਚ ਵਸਣ ਵਾਲੇ ਪਟਿਆਲਾ ਦੇ ਰਾਜੇ ਦੇ ਪ੍ਰਤੀਨਿਧ ਤਾਰਾ ਸਿੰਘ ਦੀ ਕਿਸੇ ਨੇ ਹੱਤਿਆ ਕਰ ਦਿੱਤੀ ਸੀ ਔਰ ਬਾਅਦ ਦੇ ਵਿੱਚ ਇਸ ਗੱਲ ਤੇ ਹੀ ਝਗੜਾ ਇੰਨਾ ਵੱਧ ਗਿਆ ਸੀ ਕਿ ਦੋਨਾਂ ਰਿਆਸਤਾਂ ਦੇ ਵਿੱਚ ਝਗੜਾ ਔਰ ਲੜਾਈ ਹੋਣੀ ਬੜੀ ਸੁਭਾਵਿਕ ਹੋ ਗਈ ਸੀ ਔਰ ਉਸ ਕਰਕੇ ਨਾਭੇ ਦੇ ਰਾਜਾ ਜਸਵੰਤ ਸਿੰਘ ਨੇ ਭਾਗ ਸਿੰਘ ਰਾਹੀਂ ਰਣਜੀਤ ਸਿੰਘ ਦੀ ਸਹਾਇਤਾ ਮੰਗੀ ਸੀ ਰਣਜੀਤ ਸਿੰਘ ਤੋਂ ਔਰ ਰਣਜੀਤ ਸਿੰਘ ਤਾਂ ਇਸੇ ਮੌਕੇ ਦੀ ਉਡੀਕ ਵਿੱਚ ਸੀ। ਉਹ ਉਸੇ ਵੇਲੇ ਹੀ 20,000 ਸੈਨਾ ਲੈ ਕੇ ਮਾਲਵੇ ਵੱਲ ਤੁਰ ਪਿਆ ਸੀ ਔਰ ਬਾਅਦ ਦੇ ਵਿੱਚ ਫਤਿਹ ਸਿੰਘ ਆਹਲੂਵਾਲੀਆ ਅਤੇ ਲਾਡਵੇ ਦਾ ਗੁਰਦੱਤ ਸਿੰਘ ਵੀ ਉਸ ਦੇ ਨਾਲ ਗਏ ਔਰ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਉਸ ਇਲਾਕੇ ਦੇ ਵਿੱਚ ਜਿੱਤ ਪ੍ਰਾਪਤ ਕਰ ਲਈ ਸੀ, ਲੇਕਿਨ ਰਣਜੀਤ ਸਿੰਘ ਨੇ ਉਸ ਇਲਾਕੇ ਨੂੰ ਆਪਣੇ ਰਾਜ ਵਿੱਚ ਨਹੀਂ ਮਿਲਾਇਆ ਸੀ ਔਰ ਆਪਣੇ ਮਿੱਤਰਾਂ ਭਾਗ ਸਿੰਘ, ਫਤਿਹ ਸਿੰਘ ਆਹਲੂਵਾਲੀਆ ਅਤੇ ਮੋਹਕਮ ਚੰਦ ਦੇ ਵਿੱਚ ਉਹ ਇਲਾਕੇ ਵੰਡ ਦਿੱਤੇ ਸੀ। ਉਸ ਤੋਂ ਬਾਅਦ ਨੈਕਸਟ ਹੈ ਮਾਲਵੇ ਦੀ ਦੂਜੀ ਮੁਹਿੰਮ 1807 ਈਸਵੀ। ਮਾਲਵੇ ਦੇ ਵਿੱਚ ਸੈਕਿੰਡ ਟਾਈਮ ਦੁਬਾਰਾ ਫਿਰ ਜਾਣ ਦਾ ਮੌਕਾ ਮਿਲਿਆ ਮਹਾਰਾਜਾ ਰਣਜੀਤ ਸਿੰਘ ਨੂੰ ਔਰ ਇਹ ਉਹ ਤਾਂ ਗਿਆ ਸੀ ਕਿਉਂਕਿ ਉਸ ਨੂੰ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਦੀ ਪਤਨੀ ਆਸ ਕੌਰ ਨੇ ਉਸ ਨੂੰ ਬੁਲਾਇਆ ਸੀ, ਕਿਉਂਕਿ ਸਾਹਿਬ ਸਿੰਘ ਅਤੇ ਉਸ ਦੀ ਪਤਨੀ ਦੇ ਵਿਚਕਾਰ ਅਕਸਰ ਹੀ ਝਗੜਾ ਚੱਲਦਾ ਰਹਿੰਦਾ ਸੀ ਔਰ ਉਸ ਵੇਲੇ ਉਹ ਚਾਹੁੰਦੀ ਸੀ ਆਸ ਕੌਰ ਕਿ ਉਹ ਚਾਹੁੰਦੀ ਸੀ ਕਿ ਸਾਹਿਬ ਸਿੰਘ ਉਸ ਦੇ ਬੇਟੇ ਨੂੰ ਇੱਕ ਬਹੁਤ ਵੱਡੀ ਜਗੀਰ ਦੇਵੇ, ਲੇਕਿਨ ਸਾਹਿਬ ਸਿੰਘ ਇਸ ਦੇ ਲਈ ਤਿਆਰ ਨਹੀਂ ਸੀ ਔਰ ਇਸੇ ਕਰਕੇ ਉਸਨੇ ਆਸ ਕੌਰ ਨੇ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਸੀ ਕਿ ਜੇ ਉਹ ਕਰਮ ਸਿੰਘ ਲਈ ਉਸ ਦੇ ਪਤੀ ਪਾਸੋਂ ਜਗੀਰ ਦਿਵਾਏਗਾ ਤਾਂ ਇਸ ਦੇ ਬਦਲੇ ਵਿੱਚ ਰਾਣੀ ਆਸ ਕੌਰ ਰਣਜੀਤ ਸਿੰਘ ਨੂੰ ਇੱਕ ਬਹੁਮੁੱਲਾ ਹੀਰਿਆਂ ਦਾ ਹਾਰ ਅਤੇ ਇੱਕ ਪਿੱਤਲ ਦੀ ਤੋਪ ਭੇਟ ਕਰੇਗੀ ਔਰ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਾਜਾ ਸਾਹਿਬ ਸਿੰਘ ਨੇ ਹੀ ਭਾਗ ਸਿੰਘ ਦੀ ਸਲਾਹ ਨਾਲ ਰਣਜੀਤ ਸਿੰਘ ਨੂੰ ਬੁਲਾਇਆ ਸੀ, ਲੇਕਿਨ ਇਹ ਵਿਚਾਰ ਜ਼ਿਆਦਾ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਇਹ ਪਤਾ ਲੱਗਦਾ ਹੈ ਕਿ ਆਸ ਕੌਰ ਨੇ ਰਣਜੀਤ ਸਿੰਘ ਨੂੰ ਉਹ ਬਹੁਮੁੱਲਾ ਹੀਰਿਆਂ ਦਾ ਹਾਰ ਅਤੇ ਉਹ ਤੋਪ ਭੇਂਟ ਕਰ ਦਿੱਤੀ ਸੀ। ਅਗਰ ਰਾਜਾ ਸਾਹਿਬ ਸਿੰਘ ਉਸ ਨੂੰ ਬੁਲਾਉਂਦਾ ਰਣਜੀਤ ਸਿੰਘ ਨੂੰ ਤਾਂ ਆਸ ਕੌਰ ਨੇ ਉਹ ਚੀਜ਼ਾਂ ਉਸ ਨੂੰ ਨਹੀਂ ਦੇਣੀਆਂ ਸਨ। ਉਸ ਤੋਂ ਬਾਅਦ ਕੁਝ ਹੋਰ ਇਲਾਕਿਆਂ 'ਤੇ ਵੀ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਸੀ। ਬਾਅਦ 'ਚ ਹੈ ਸਾਡੇ ਕੋਲ ਨੈਕਸਟ ਹੈ ਕਿ ਮਾਲਵਾ ਦੀਆਂ ਮੁਹਿੰਮਾਂ ਦੇ ਪ੍ਰਭਾਵ ਉੱਤੇ ਦੋਵੇਂ ਜੋ ਅਸੀਂ ਮੁਹਿੰਮਾਂ ਕੀਤੀਆਂ ਹਨ ਉਸ ਆਧਾਰ 'ਤੇ ਸਾਨੂੰ ਪਤਾ ਲੱਗਦਾ ਹੈ ਕਿ ਉਸ ਵੇਲੇ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਪ੍ਰਭਾਵ ਕਾਫੀ ਮਾਲਵਾ ਦੇ ਵਿੱਚ ਵਧਾ ਲਿਆ ਸੀ। ਡਾਕਟਰ S.N. ਰਾਓ ਨੇ ਲਿਖਿਆ ਹੈ ਕਿ ਰਣਜੀਤ ਸਿੰਘ ਸਿਸ ਸਤਲੁਜ, ਜਿਸ ਨੂੰ ਮਾਲਵਾ ਦਾ ਇਲਾਕਾ ਕਿਹਾ ਜਾਂਦਾ ਹੈ, ਦੀਆਂ 2 ਮੁਹਿੰਮਾਂ ਨਾਲ ਪੌੜੀ ਦੇ ਅੰਤਿਮ ਚਰਨ ਤੱਕ ਪਹੁੰਚ ਗਿਆ ਅਤੇ ਸਾਰੇ ਮਾਲਵੇ ਦਾ ਪੂਰਨ ਸਵਾਮੀ ਬਣਨ ਲਈ ਉਸ ਨੂੰ ਕੇਵਲ ਇੱਕ ਹੀ ਛਾਲ ਮਾਰਨ ਦੀ ਜ਼ਰੂਰਤ ਸੀ। ਭਾਵ ਕਿ ਉਹ ਆਪਣੇ ਇਲਾਕੇ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ, ਕਿਉਂਕਿ ਜਦੋਂ ਉਹ ਉਸ ਇਲਾਕੇ ਵਿੱਚ ਸੀ ਤਾਂ ਹੌਲੀ ਹੌਲੀ ਉਸਨੇ ਹੋਰ ਇਲਾਕਿਆਂ 'ਤੇ ਵੀ ਜਿੱਤਾਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਔਰ ਉਸ ਵੇਲੇ ਤੱਕ ਅੰਗਰੇਜ਼ ਬਿਲਕੁਲ ਵੀ ਦਖਲ ਅੰਦਾਜ਼ੀ ਨਹੀਂ ਕਰ ਰਹੇ ਸਨ, ਕਿਉਂਕਿ ਉਹ ਰਣਜੀਤ ਸਿੰਘ ਨਾਲ ਕਿਸੇ ਤਰ੍ਹਾਂ ਦਾ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸਨ, ਕਿਉਂਕਿ ਉਹਨਾਂ ਨੂੰ ਲੋੜ ਸੀ ਕਿ ਉਹ ਫਰਾਂਸ ਮਤਲਬ ਕਿਉਂਕਿ ਉਸ ਵੇਲੇ ਫਰਾਂਸ ਰਾਜਾ ਸੀਗਾ ਨੈਪੋਲੀਅਨ ਔਰ ਫਰਾਂਸ ਦੀਆਂ ਸੈਨਾਵਾਂ ਨੂੰ ਰੋਕਣ ਦੇ ਲਈ ਉਹ ਰਣਜੀਤ ਸਿੰਘ ਦੀ ਮਦਦ ਚਾਹੁੰਦੇ ਸਨ। ਇਸ ਕਰਕੇ ਉਹ ਆਪਣਾ ਰਣਜੀਤ ਸਿੰਘ ਹੋਰ ਅੱਗੇ ਵੱਧਦਾ ਚਲਾ ਗਿਆ ਔਰ ਸੇਟਨ ਨੇ ਕੇਵਲ ਇਹ ਇਸ਼ਾਰਾ ਦਿੱਤਾ ਸੀ ਉਸ ਵੇਲੇ ਕਿ ਮੁਸੀਬਤ ਵਿੱਚ ਉਹਨਾਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ। ਉਸਨੇ ਆਖਿਆ ਸੀ ਕਿ ਅਸੀਂ ਪੱਕਾ ਪ੍ਰਣ ਕਰ ਸਕਦੇ, ਪਰ ਸਾਡੀ ਹਮਦਰਦੀ ਤੁਹਾਡੇ ਨਾਲ ਹੈ, ਜੋ ਅਸੀਂ ਕਰ ਸਕਾਂਗੇ ਕਰਾਂਗੇ।
इसे तरह लॉर्ड मिंटो ने 1808 ईस्वी विच इस विषय के संबंध में जो आख्या सी वो महत्वपूर्ण सी। उसने आख्या सी कि भावें रियासतां दे झगड़ियां विच दखल ना देण दी नीति अपनाउणी ही सियाणप समझदे सन, पर इस तरह का अवसर आ सकता है कि वो दखल ना देण दे सिद्धांत नूं छड्ड देण अते अपनी रखिया लई इन्हां रियासतां दा साथ देइए। ਤਾਂ इस तरह उस समय जो सिख सरदार अंग्रेज़ों के कोल जाते सन तो उन्होंने डायरैक्टली किसी तरह कोई जवाब नहीं दिता जाता सी और थोड़ा जिहा उन्होंने कहा जाता सी कि उन्हों की मदद करनगे, लेकिन इमीडिएट मदद करने का भरोसा उस वेले नहीं दिता गया सी। उस तो बाद नैक्सट है सर चार्लस मैटकाफ की रणजीत सिंह नाल मुलाकात 1808 ईस्वी के जदों उस वेले टिलसिट की संधि हुई सी रूस दे जार अलेगजेंडर नाल अते फ्रांस के नपोलीयन के नाल तां अंग्रेज़ों को खतरा पैदा होना शुरू हो गया सी। इस करके उस वेले संधि हुई और जनरल मैटकाफ नूं भेजा गया सी और नाल ही इस उन्हां दे नाल गलबात करन लई भेजा गया सी और उस विच मैटकाफ ने कुछ शर्तां रखियां सन कि रणजीत सिंह ब्रिटेन नाल मिल के फ्रांस का मुकाबला करेगा और रणजीत सिंह फ्रांस की सेना नूं अपने इलाके विचों लंघण की इजाजत नहीं देगा। और दूसरे पासे रणजीत सिंह नूं पता सी कि अंग्रेज उसकी मदद चाहते सन, तो रणजीत सिंह ने भी अपने वालों कुछ शर्तां उस वेले रखियां सन कि काबल के अमीर नाल रणजीत सिंह के झगड़े की हालत में अंग्रेज चुप रहणगे और अंग्रेज काबल के अमीर नाल कोई संबंध नहीं रखणगे। उस तो इलावा सारे सिखां दा ते मालवे के सिख सरदारां दा भी राजा रणजीत सिंह नूं मन्निया जाएगा। लेकिन मैटकाफ ने कोई भी संतोषजनक उत्तर उस वेले नहीं दिता सी, क्योंकि उसनूं पता सी अंग्रेज़ों ने पिछों ही उसनूं ये सिखा के भेजा सी कि उसने कोई भी संतोषजनक उत्तर उस वेले नहीं देना है और ना ही वो इन्हां चीज़ों को मन सकते सन, क्योंकि उन्होंने उस वेले खतरे दे टल जाने की उम्मीद सी। उस तो बाद है मालवा की तीजी मुहिम 1808 ईस्वी। मालवा की तीसरी मुहिम जदों रणजीत सिंह नूं पता लग्या कि अंग्रेज उसकी किसी गल नूं नहीं मन रहे हैं, तो उस वेले रणजीत सिंह ने दोबारा फिर मालवा के इलाके के उपर तीसरी बार हमला किया सी और इस विच उसने छेती ही फरीदकोट मलेरकोटला ते अंबाला के इलाकों से अपना अधिकार कर लिया सी। रणजीत सिंह के दरबारी सोहन लाल ने अपनी डायरी में लिखा है कि सतलुज के दक्षिण वाल के खेतरां विच एक भूचाल जिहा आ गया सी। भाव कि उस वेले जिथे भी, क्योंकि रणजीत सिंह अपने वालों उस समय कोशिश विच सी कि वो अपने बहुत सारे इलाकों को अपने अधीन कर लेंदा। इस तरह लतीफ ने लिखा है कि लाहौर के बादशाह रणजीत सिंह का उद्देश्य समा प्राप्त करना ते उसनूं उल्लू बनाउणा सी। इस तरह ग्रिफन ने भी लिखा है कि रणजीत सिंह ने दूत नूं तंबू विच इसलिए रखा तां जो सरदारां दा विरोध घट होवे अते अपने इस कारनामे विच उसनूं एक तरह की सरकारी प्रवानगी प्राप्त होवे। तां इस तरह नाल बहुत सारे इलाकों ते रणजीत सिंह ने दोबारा फिर कब्जा करना शुरू कर दिता सी। उस तो बाद नैक्सट है अंग्रेज सरकार की नीति विच परिवर्तन। उस तो बाद जदों खतरा टल गया सीगा नपोलीयन का हमले का, तां अंग्रेज सरकार की नीति दे विच परिवर्तन आ गया सी। अंग्रेज़ों ने एक धमकी भरा पत्र रणजीत सिंह नूं भेजा सी, जिस दे विच उन्हां ने अपनी सेना नूं उस इलाके दे विचों कढ लैण दे हुक्म दिते सन। लेकिन रणजीत सिंह नूं इस चीज़ उपर बहुत गुस्सा आया, तो उसने लड़ाई करने के लिए अपनी सेना नूं तैयार करना शुरू कर दिता सी। लेकिन बाद दे विच उन्होंने अपने मंत्री के कहण के उपर अपनी सेना नूं उत्थों कढ लिया सी। इस तरह अमृतसर की संधि हुई 1809 दे विच। नैक्सट है साडे कोल कि अमृतसर की संधि कुछ हालातों के विच महाराजा रणजीत सिंह नूं करनी पई, जिस दे विच मुख शर्तां सन कि दोवें सरकारां एक दूजे दियां मित्र रहणगियां और सतलुज दरिया नूं उन्होंने सीमा मान लिया सीगा। एक पासे अंग्रेज रहणगे और दूसरे पासे महाराजा रणजीत सिंह रहणगे और कोई भी उस संधि की उलंघना नहीं करेगा और सतलुज दरिया के आस पास सिर्फ थोड़ी जी सेना ही दोनों रखणगे और इस तरह नाल दोनों विचों कोई भी उस संधि की उलंघना करेगा तो वो संधि टुट जाएगी। इस तरह नाल डॉक्टर NK सिन्हा ने लिखा है कि ये महाराजा रणजीत सिंह की बड़ी भारी राजनीतिक हार हुई और उसके गौरव नूं एक भारी सट वजी। उसकी हार का कारण यूरोप की राजनीतिक अवस्था प्रति अज्ञानता सी, क्योंकि अमृतसर की संधि के नाल
ਰਣਜੀਤ ਸਿੰਘ ਦਾ ਸੁਪਨਾ ਟੁੱਟ ਗਿਆ ਸੀ, ਕਿਉਂਕਿ ਉਹ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ, ਜਿਸ ਦੇ ਵਿੱਚ ਫਸਟ ਹੈ ਮੁਲਤਾਨ ਦੀ ਜਿੱਤ 1802 ਤੋਂ 1818 ਈਸਵੀ, ਜਿਸ ਦੇ ਵਿੱਚ ਫਸਟ ਹੈ ਮੁਲਤਾਨ ਜਿੱਤ ਦੇ ਕਾਰਨ, ਕਿਉਂਕਿ ਮੁਲਤਾਨ ਭੂਗੋਲਿਕ ਸਥਿਤੀ ਕਰਕੇ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਸੀ ਉਸ ਵੇਲੇ, ਔਰ ਰਣਜੀਤ ਸਿੰਘ ਸਿੰਧ ਅਤੇ ਸ਼ਿਕਾਰਪੁਰ 'ਤੇ ਆਪਣਾ ਕਬਜ਼ਾ ਜ਼ਰੂਰ ਕਰਨਾ ਚਾਹੁੰਦਾ ਸੀ, ਕਿਉਂਕਿ ਉਸ ਦਾ ਰਸਤਾ ਮੁਲਤਾਨ ਵਿੱਚੋਂ ਹੀ ਜਾਂਦਾ ਸੀ। ਇਸ ਕਰਕੇ ਮੁਲਤਾਨ ਨੂੰ ਪਹਿਲਾਂ ਉਹ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸ ਤੋਂ ਬਾਅਦ ਨੈਕਸਟ ਹੈਗਾ ਕਿ ਵਪਾਰਿਕ ਪੱਖ ਤੋਂ ਵੀ ਮੁਲਤਾਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ, ਔਰ ਮੁਲਤਾਨ ਨੂੰ ਜਿੱਤਣ ਦੇ ਲਈ ਰਣਜੀਤ ਸਿੰਘ ਨੂੰ ਵੱਖ-ਵੱਖ ਮੁਹਿੰਮਾਂ ਭੇਜਣੀਆਂ ਪਈਆਂ, ਜਿਸ ਦੇ ਵਿੱਚ ਫਸਟ ਹੈ ਪਹਿਲੀ ਮੁਹਿੰਮ 1802 ਈਸਵੀ। ਪਹਿਲੀ ਮੁਹਿੰਮ ਦੇ ਵਿੱਚ ਜਦੋਂ ਰਣਜੀਤ ਸਿੰਘ ਮੁਲਤਾਨ ਵੱਲ ਗਿਆ ਤਾਂ ਉਸ ਨੂੰ ਬਹੁਤ ਭਾਰੀ ਨਜ਼ਰਾਨਾ ਦੇ ਕੇ ਰਣਜੀਤ ਸਿੰਘ ਮੁਜ਼ੱਫਰ ਖਾਨ ਨੇ ਆਪਣਾ ਦੂਤ ਭੇਜ ਕੇ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਭੇਂਟ ਕੀਤਾ ਸੀ, ਔਰ ਰਣਜੀਤ ਸਿੰਘ ਵਾਪਸ ਆ ਗਿਆ। ਸੈਕਿੰਡ ਮੁਹਿੰਮ ਜੋ ਸੈਕਿੰਡ ਐਕਸਪੀਡੀਸ਼ਨ ਹੋਈ 1805 ਈਸਵੀ ਦੇ ਵਿੱਚ, ਉਸ ਦੇ ਵਿੱਚ ਵੀ ਬਾਅਦ ਦੇ ਵਿੱਚ ਜਦੋਂ ਰਣਜੀਤ ਸਿੰਘ ਉੱਧਰ ਪਹੁੰਚੇ ਤਾਂ ਦੂਸਰੇ ਪਾਸੇ ਜਸਵੰਤ ਰਾਓ ਹੋਲਕਰ ਮਰਾਠਿਆਂ ਦਾ ਸਰਦਾਰ, ਉਹ ਅੰਗਰੇਜ਼ਾਂ ਤੋਂ ਹਾਰ ਕੇ ਪੰਜਾਬ ਆ ਗਿਆ ਸੀ। ਇਸ ਕਰਕੇ ਦੁਬਾਰਾ ਫਿਰ ਰਣਜੀਤ ਸਿੰਘ ਨੂੰ ਵਾਪਸ ਜਾਣਾ ਪਿਆ ਸੀ ਪੰਜਾਬ। ਉਸ ਤੋਂ ਬਾਅਦ ਤੀਜੀ ਮੁਹਿੰਮ ਹੈ 1807 ਈਸਵੀ। ਤੀਜੀ ਮੁਹਿੰਮ ਦੇ ਵਿੱਚ ਵੀ ਜਦੋਂ ਰਣਜੀਤ ਸਿੰਘ ਨੂੰ ਦੁਬਾਰਾ ਫਿਰ ਸਮਝੌਤਾ ਕਰਕੇ 70,000 ਨਗਦ ਨਜ਼ਰਾਨਾ ਦੇ ਕੇ ਉਸ ਨੂੰ ਭੇਜ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਚੌਥੀ ਮੁਹਿੰਮ 1810 ਈਸਵੀ। ਚੌਥੀ ਮੁਹਿੰਮ ਦੇ ਵਿੱਚ ਵੀ ਰਣਜੀਤ ਸਿੰਘ ਨੇ ਆਪਣੀ ਭਾਰੀ ਸੈਨਾ ਦੇ ਨਾਲ ਹਮਲਾ ਕੀਤਾ ਸੀਗਾ ਮੁਲਤਾਨ ਦੇ ਉੱਪਰ, ਲੇਕਿਨ ਉਹ ਮੁਲਤਾਨ ਦੇ ਕਿਲੇ ਤੇ ਆਪਣਾ ਅਧਿਕਾਰ ਨਹੀਂ ਕਰ ਸਕੇ ਸੀ। ਇਸ ਕਰਕੇ ਬਾਅਦ ਦੇ ਵਿੱਚ ਰਣਜੀਤ ਸਿੰਘ ਨੇ ਨਵਾਬ ਨਾਲ ਸੰਧੀ ਕਰ ਲਈ ਸੀ। ਉਸ ਤੋਂ ਬਾਅਦ ਹੈ ਪੰਜਵੀਂ ਮੁਹਿੰਮ 1816 1817 ਈਸਵੀ। ਪੰਜਵੀਂ ਮੁਹਿੰਮ ਦੇ ਵਿੱਚ ਵੀ ਰਣਜੀਤ ਸਿੰਘ ਨੇ ਬਾਅਦ ਦੇ ਵਿੱਚ ਨਜ਼ਰਾਨਾ ਉਸ ਨੂੰ ਮਿਲ ਗਿਆ ਸੀ, ਇਸ ਕਰਕੇ ਉਹ ਵਾਪਸ ਆ ਗਏ ਸੀ। ਇਸੇ ਤਰ੍ਹਾਂ ਛੇਵੀਂ ਮੁਹਿੰਮ 1817 ਈਸਵੀ ਵਿੱਚ ਉਹ ਵੀ ਨਜ਼ਰਾਨਾ ਵਸੂਲ ਕਰਕੇ ਵਾਪਸ ਆ ਗਏ ਸੀਗੇ ਉਸ ਦੇ ਵਿੱਚ ਵੀ। ਔਰ ਸੱਤਵੀਂ ਅਤੇ ਅੰਤਿਮ ਮੁਹਿੰਮ 1818 ਵਿੱਚ ਹੋਈ ਜੋ ਉਸ ਦੇ ਵਿੱਚ ਕਹਿੰਦੇ ਜਾਂਦਾ ਕਿ ਮੁਲਤਾਨ 'ਤੇ ਦੁਬਾਰਾ ਹਮਲਾ ਕੀਤਾ ਗਿਆ, ਔਰ ਕਿਲੇ ਦੀ ਦੀਵਾਰ ਦੇ ਵਿੱਚ ਵੀ ਉਹਨਾਂ ਨੇ ਭਾਰੀ ਗੋਲਾਬਾਰੀ ਕਰਕੇ ਉਸ ਦੇ ਵਿੱਚ ਕਹਿੰਦੇ ਕਿ ਵੱਡੇ ਵੱਡੇ ਦੋ ਮੋਹਰੇ ਹੋ ਗਏ ਸਨ। ਬਾਅਦ ਦੇ ਵਿੱਚ ਉਹਨਾਂ ਨੂੰ ਭਰ ਦਿੱਤਾ ਗਿਆ ਸੀ, ਔਰ ਫਿਰ ਅਖੀਰ ਤੇ ਬਾਅਦ ਦੇ ਵਿੱਚ ਅਕਾਲੀ ਫੂਲਾ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਚਾਨਕ ਇੱਕ ਜ਼ੋਰਦਾਰ ਹਮਲਾ ਕੀਤਾ ਸੀ, ਔਰ ਉਸ ਦੇ ਵਿੱਚ ਮੁਲਤਾਨ ਦੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ। ਨੈਕਸਟ ਹੈ ਮੁਲਤਾਨ ਦਾ ਪ੍ਰਬੰਧ। ਮੁਲਤਾਨ ਦਾ ਰਣਜੀਤ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਸੀ। ਉੱਥੇ ਉਹ ਇੱਕ ਉਸ ਸਮੇਂ ਨਾਜ਼ਿਮ ਭਾਵ ਗਵਰਨਰ ਦੀ ਨਿਯੁਕਤੀ ਕੀਤੀ ਗਈ ਸੀ। ਲਗਾਨ ਇਕੱਠਾ ਕਰਨ ਲਈ ਸ਼ਾਂਤੀ ਵਿਵਸਥਾ ਕਾਇਮ ਕੀਤੀ ਗਈ ਸੀ। ਮੁਲਤਾਨ ਦੇ ਕਿਲੇ ਵਿੱਚ ਕਾਫੀ ਜ਼ਿਆਦਾ ਸੈਨਿਕ ਰੱਖੇ ਗਏ, ਔਰ ਉਸ ਤੋਂ ਬਾਅਦ ਹੈ ਮੁਲਤਾਨ ਦੀ ਜਿੱਤ ਦੀ ਮਹੱਤਤਾ। ਮੁਲਤਾਨ ਦੀ ਜਿੱਤ ਦੀ ਬਹੁਤ ਉਸ ਸਮੇਂ ਮਹੱਤਤਾ ਰਹੀ ਹੈ, ਇੰਪੋਰਟੈਂਸ ਰਹੀ ਹੈ, ਕਿਉਂਕਿ ਅਫਗਾਨਾਂ ਦੇ ਵਿਰੁੱਧ ਇਹ ਰਣਜੀਤ ਸਿੰਘ ਦੀ ਪਹਿਲੀ ਵੱਡੀ ਜਿੱਤ ਸੀ। ਇਸ ਕਰਕੇ ਅਫਗਾਨ ਸ਼ਕਤੀ ਨੂੰ ਬਹੁਤ ਵੱਡਾ ਧੱਕਾ ਲੱਗਾ ਸੀ, ਔਰ ਰਣਜੀਤ ਸਿੰਘ ਦੀ ਆਮਦਨ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ ਸੀ। 6 ਲੱਖ ਰੁਪਏ ਸਾਲਾਨਾ ਇਨਕਮ ਹੋਣ ਲੱਗ ਪਈ ਸੀ ਰਣਜੀਤ ਸਿੰਘ ਨੂੰ। ਇਹ ਤਾਂ ਸੀ ਸਟੂਡੈਂਟਸ ਮੁਲਤਾਨ ਦੀ ਜਿੱਤ। ਉਸ ਤੋਂ ਬਾਅਦ ਨੈਕਸਟ ਕਰਦੇ ਹਾਂ ਅਸੀਂ ਕਸ਼ਮੀਰ ਦੀ ਜਿੱਤ। ਸਭ ਤੋਂ ਪਹਿਲਾਂ ਹੈ ਕਿ ਰਣਜੀਤ ਸਿੰਘ ਦੇ ਕਸ਼ਮੀਰ ਦੀ ਜਿੱਤ ਦੇ ਕਾਰਨ ਕੀ ਸਨ। ਫਸਟ ਹੈ ਸਾਮਰਾਜੀ ਨੀਤੀ, ਭਾਵ ਕਿ ਰਣਜੀਤ ਸਿੰਘ ਇੱਕ ਮਹਾਨ ਸਾਮਰਾਜਵਾਦੀ ਸ਼ਾਸਕ ਸੀ। ਉਹ ਆਪਣੇ ਛੋਟੇ ਜਿਹੇ ਇਲਾਕੇ ਤੋਂ ਖੁਸ਼ ਨਹੀਂ ਸੀ, ਉਹ ਇੱਕ ਵਿਸ਼ਾਲ ਸਾਮਰਾਜ ਦਾ ਨਿਰਮਾਣ ਕਰਨਾ ਚਾਹੁੰਦਾ ਸੀ। ਇਸ ਕਰਕੇ ਕਸ਼ਮੀਰ ਦੀ ਜਿੱਤ ਵਿੱਚ ਵੀ ਉਸ ਦਾ ਬਹੁਤ ਵੱਡਾ ਹੱਥ ਸੀਗਾ ਇਸ ਚੀਜ਼ ਦਾ। ਸੈਕਿੰਡ ਹੈ ਕਸ਼ਮੀਰ ਦੀ ਭੂਗੋਲਿਕ ਸਥਿਤੀ। ਕਸ਼ਮੀਰ ਦੀ ਭੂਗੋਲਿਕ ਸਥਿਤੀ ਕਰਕੇ ਵੀ ਰਣਜੀਤ ਸਿੰਘ ਲਈ ਇੱਕ ਖਿੱਚ ਦਾ ਕਾਰਨ ਬਣਿਆ, ਕਿਉਂਕਿ ਭਾਰਤ ਅਤੇ ਕਸ਼ਮੀਰ ਭਾਰਤ ਅਤੇ ਪੰਜਾਬ ਦੇ ਉੱਤਰ ਵਿੱਚ ਸਥਿਤ ਸੀ। ਇਸ ਕਰਕੇ ਜੰਮੂ ਦਾ ਅਰਧ ਮੈਦਾਨੀ ਭਾਗ ਆਪਣੇ ਅਧੀਨ ਕਰਕੇ ਰਣਜੀਤ ਸਿੰਘ ਸੌਖੇ ਤਰੀਕੇ ਨਾਲ ਹੀ ਕਸ਼ਮੀਰ ਨੂੰ ਆਪਣੇ ਅਧੀਨ ਕਰ ਸਕਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਅਤੇ ਵਪਾਰ ਕਰਕੇ, ਵਪਾਰ ਦਾ ਕੇਂਦਰ ਹੋਣ ਕਰਕੇ ਵੀ ਰਣਜੀਤ ਸਿੰਘ ਕਸ਼ਮੀਰ ਨੂੰ ਜਿੱਤਣਾ ਚਾਹੁੰਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਬ੍ਰਾਹਮਣਾਂ ਅਤੇ ਹਿੰਦੂਆਂ ਦੀ ਰੱਖਿਆ। ਕਸ਼ਮੀਰ ਵਿੱਚ ਬ੍ਰਾਹਮਣਾਂ ਅਤੇ ਹਿੰਦੂਆਂ ਦਾ ਜੀਵਨ ਮੁਸਲਮਾਨ ਗਵਰਨਰ ਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਦੁਖੀ ਕੀਤਾ ਹੋਇਆ ਸੀ। ਉਹਨਾਂ ਨੇ ਰਣਜੀਤ ਸਿੰਘ ਤੋਂ ਮਦਦ ਮੰਗੀ ਸੀ। ਫਿਫਥ ਹੈ ਸ਼ਾਹ ਸੂਜ਼ਾ ਨੂੰ ਛਡਾਉਣਾ। ਸ਼ਾਹ ਸੂਜ਼ਾ ਦੀ ਪਤਨੀ ਵਫਾ ਬੇਗਮ ਉਹ ਰਣਜੀਤ ਸਿੰਘ ਦੀ ਸ਼ਰਨ ਵਿੱਚ ਚਲੀ ਗਈ ਸੀ, ਔਰ ਉਹ ਜੋ ਬਚਾਉਣਾ ਚਾਹੁੰਦੀ ਸੀ। ਇਸ ਕਰਕੇ ਉਹ ਚਾਹੁੰਦੀ ਸੀ ਕਿ ਬਦਲੇ ਵਿੱਚ ਅਗਰ ਸ਼ਾਹ ਸੂਜ਼ਾ ਰਣਜੀਤ ਸਿੰਘ ਉਸ ਨੂੰ ਲਿਆ ਦਿੰਦਾ ਹੈ ਤਾਂ
ਸ਼ਾਹ ਸੂਜ਼ਾ ਨੂੰ ਰਣਜੀਤ ਸਿੰਘ ਅਗਰ ਵਾਪਸ ਲਿਆਉਂਦਾ ਤਾਂ ਬਦਲੇ ਦੇ ਵਿੱਚੋਂ ਕੋਹਿਨੂਰ ਹੀਰਾ ਉਸ ਨੂੰ ਭੇਟ ਕਰੇਗੀ। ਉਸ ਤੋਂ ਬਾਅਦ ਨੈਕਸਟ ਹੈ ਕਾਬਲ ਦੇ ਵਜ਼ੀਰ ਫਤਿਹ ਖਾਨ ਦੀ ਕਸ਼ਮੀਰ ਜਿੱਤ ਦੀ ਯੋਜਨਾ। ਕਾਬਲ ਦਾ ਵਜ਼ੀਰ ਫਤਿਹ ਖਾਨ ਵੀ ਕਸ਼ਮੀਰ ਨੂੰ ਜਿੱਤਣਾ ਚਾਹੁੰਦਾ ਸੀ, ਲੇਕਿਨ ਰਣਜੀਤ ਸਿੰਘ ਉਸ ਦੀ ਇਸ ਯੋਜਨਾ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਾ ਚਾਹੁੰਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਕਿ ਰਣਜੀਤ ਸਿੰਘ ਦੀ ਕਸ਼ਮੀਰ ਤੇ ਹਮਲੇ ਦੀ ਤਿਆਰੀ। ਰਣਜੀਤ ਸਿੰਘ ਨੇ ਕਸ਼ਮੀਰ ਦੇ ਨੇੜਲੇ ਤੇੜੇ ਦੇ ਇਲਾਕਿਆਂ ਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਇੱਕ ਬਹੁਤ ਹੀ ਦੂਰ ਦੀ ਸੋਚਣ ਵਾਲਾ ਨੇਤਾ ਸੀ, ਇਸ ਕਰਕੇ ਉਸਨੇ ਜੰਮੂ ਦੇ ਅਰਧ ਪਹਾੜੀ ਪ੍ਰਦੇਸ਼ ਤੇ ਵੀ ਆਪਣਾ ਅਧਿਕਾਰ ਕਾਇਮ ਕਰ ਲਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਕਿ ਰਣਜੀਤ ਸਿੰਘ ਅਤੇ ਕਾਬਲ ਦੇ ਵਜ਼ੀਰ ਫਤਿਹ ਖਾਨ ਵਿਚਕਾਰ ਰਾਜਨੀਤਿਕ ਸਮਝੌਤਾ 1813 ਈਸਵੀ। ਕਿਉਂਕਿ ਕਾਬਲ ਦਾ ਵਜ਼ੀਰ ਫਤਿਹ ਖਾਨ ਵੀ ਕਸ਼ਮੀਰ ਨੂੰ ਜਿੱਤਣਾ ਚਾਹੁੰਦਾ ਸੀ ਔਰ ਰਣਜੀਤ ਸਿੰਘ ਵੀ, ਇਸ ਕਰਕੇ ਦੋਨਾਂ ਨੇ ਸਮਝੌਤਾ ਕਰ ਲਿਆ ਔਰ ਉਸ ਸਮਝੌਤੇ ਵਿੱਚ ਕਿਹਾ ਗਿਆ ਕਿ ਲੁੱਟ ਦਾ ਤੀਸਰਾ ਹਿੱਸਾ ਉਹ ਰਣਜੀਤ ਸਿੰਘ ਨੂੰ ਦੇਵੇਗਾ। ਔਰ ਉਸ ਤੋਂ ਬਾਅਦ ਹੈ ਕਸ਼ਮੀਰ ਦੀ ਪਹਿਲੀ ਮੁਹਿੰਮ ਅਤੇ ਸ਼ੇਰਗੜ੍ਹ ਦੀ ਲੜਾਈ। ਦੋਨਾਂ ਦੀਆਂ ਸਾਂਝੀਆਂ ਫੌਜਾਂ ਨੇ ਹਮਲਾ ਕੀਤਾ ਕਸ਼ਮੀਰ ਤੇ ਔਰ ਲੇਕਿਨ ਉਸ ਵੇਲੇ ਫਤਿਹ ਖਾਨ ਦੇ ਸੈਨਿਕਾਂ ਨੇ ਸਿੱਖਾਂ ਦੀ ਸੈਨਾ ਨੂੰ ਧੋਖਾ ਦਿੱਤਾ ਔਰ ਉਹ ਛੋਟੇ ਰਸਤੇ ਥਾਣੀ ਪਹਿਲਾਂ ਪਹੁੰਚ ਗਏ ਪੀਰ ਪੰਜਾਲ ਔਰ ਉਹਨਾਂ ਨੂੰ ਉਹ ਬਹੁਤ ਦੇਰ ਬਾਅਦ ਪਹੁੰਚੇ ਸਨ। ਲੇਕਿਨ ਬਾਅਦ ਦੇ ਵਿੱਚ ਕਸ਼ਮੀਰ ਜਿੱਤ ਲਿਆ ਗਿਆ ਤਾਂ ਉਸ ਵੇਲੇ ਫਤਿਹ ਖਾਨ ਨੇ ਐਲਾਨ ਕਰ ਦਿੱਤਾ ਕਿ ਸਿੱਖਾਂ ਦਾ ਲੁੱਟ ਦੇ ਮਾਲ ਅਤੇ ਜਿੱਤੇ ਗਏ ਇਲਾਕੇ ਉੱਤੇ ਕੋਈ ਹੱਕ ਨਹੀਂ ਹੈ। ਉਸ ਤੋਂ ਬਾਅਦ ਅਟਕ ਉੱਤੇ ਰਣਜੀਤ ਸਿੰਘ ਦਾ ਅਧਿਕਾਰ 1813 ਈਸਵੀ। ਅਟਕ ਉੱਤੇ ਉਹ ਅਟਕ ਦਾ ਕਿਲਾ ਜਹਾਂਦਦ ਖਾਨ ਦੇ ਅਧੀਨ ਸੀ ਔਰ ਉਹ ਆਪਣੇ ਭਰਾ ਤਾ ਮੁਹੰਮਦ ਖਾਨ ਦੀ ਹਾਰ ਸੁਣ ਕੇ ਪਹਿਲਾਂ ਹੀ ਡਰ ਚੁੱਕਿਆ ਸੀ ਔਰ ਉਸ ਨੂੰ ਇਹ ਕਿਹਾ ਗਿਆ ਕਿ ਉਹ ਅਟਕ ਦਾ ਕਿਲਾ ਰਣਜੀਤ ਸਿੰਘ ਦੇ ਹਵਾਲੇ ਕਰ ਦੇਵੇ ਔਰ ਉਸ ਦੇ ਲਈ ਉਹ ਤਿਆਰ ਵੀ ਹੋ ਗਿਆ ਸੀ। ਉਸ ਨੇ ਅਟਕ ਦਾ ਕਿਲਾ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਸੀ। ਉਸ ਤੋਂ ਬਾਅਦ ਨੈਕਸਟ ਹੈ ਕਸ਼ਮੀਰ ਦੀ ਦੂਜੀ ਮੁਹਿੰਮ। ਕਸ਼ਮੀਰ ਦੀ ਦੂਜੀ ਮੁਹਿੰਮ ਦੇ ਵਿੱਚ 1814 ਈਸਵੀ ਵਿੱਚ ਹੋਈ, ਲੇਕਿਨ ਉਸ ਵੇਲੇ ਇਸ ਮੁਹਿੰਮ ਦੇ ਵਿੱਚ ਸਫਲਤਾ ਹਾਸਲ ਨਹੀਂ ਲੱਗੀ ਸੀ। ਉਸ ਤੋਂ ਬਾਅਦ ਹੈ ਕਸ਼ਮੀਰ ਦੀ ਤੀਜੀ ਅਤੇ ਸਫਲ ਮੁਹਿੰਮ 1819 ਈਸਵੀ। ਕਸ਼ਮੀਰ ਦੀ ਤੀਜੀ ਮੁਹਿੰਮ ਜੋ ਕਿ 1819 ਈਸਵੀ ਦੇ ਵਿੱਚ ਭਾਰੀ ਸੈਨਾ ਦੇ ਨਾਲ ਕੂਚ ਕੀਤਾ ਸੀ ਰਣਜੀਤ ਸਿੰਘ ਨੇ। ਉਸ ਦੇ ਵੇਲੇ ਜਬਰ ਖਾਂ ਆਪਣੇ ਭਰਾ ਆਜ਼ਮ ਖਾਂ ਵਾਂਗ ਯੋਗ ਅਤੇ ਬਹਾਦਰ ਨਹੀਂ ਸੀ ਔਰ ਉਸ ਨੇ ਆਜ਼ਮ ਖਾਂ ਦੀ ਸ਼ਰਨ ਵਿੱਚ ਚਲਾ ਗਿਆ। ਆਜ਼ਮ ਖਾਂ ਉਹ ਰਣਜੀਤ ਸਿੰਘ ਦੀ ਸ਼ਰਨ ਵਿੱਚ ਚਲਾ ਗਿਆ ਸੀ ਔਰ ਉਸਨੇ ਬਹੁਤ ਹੀ ਜੋ ਛੋਟੇ ਰਾਸਤੇ ਸਨ ਔਰ ਜਲਦੀ ਪਹੁੰਚਣ ਵਾਲੇ ਰਾਸਤੇ ਸਨ ਉਹਨਾਂ ਬਾਰੇ ਰਣਜੀਤ ਸਿੰਘ ਨੂੰ ਉਸਨੇ ਦੱਸਿਆ ਸੀ ਔਰ ਹੋਰ ਭੂਗੋਲਿਕ ਹਾਲਾਤਾਂ ਦੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤਰ੍ਹਾਂ ਲੜਾਈ ਦੀ ਨੈਕਸਟ ਹੈ ਲੜਾਈ ਦੀ ਯੋਜਨਾ ਤਿਆਰ ਹੋਈ ਔਰ ਸੈਨਾ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਔਰ ਉਹਨਾਂ ਨੇ ਹਮਲਾ ਕੀਤਾ ਸੀ ਕਸ਼ਮੀਰ ਦੇ ਉੱਪਰ ਔਰ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹੈ ਕਸ਼ਮੀਰ ਦਾ ਪ੍ਰਬੰਧ। ਕਸ਼ਮੀਰ ਜਿੱਤਣ ਤੋਂ ਪਿੱਛੋਂ ਦੀਵਾਨ ਮੋਹਕਮ ਚੰਦ ਦੇ ਪੁੱਤਰ ਦੀਵਾਨ ਮੋਤੀ ਰਾਮ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਬਹੁਤ ਚੰਗੇ ਤਰੀਕੇ ਨਾਲ ਕਸ਼ਮੀਰ ਦੇ ਪ੍ਰਬੰਧ ਨੂੰ ਚਲਾਇਆ ਗਿਆ। ਨੈਕਸਟ ਹੈ ਕਸ਼ਮੀਰ ਜਿੱਤ ਦੀ ਮਹੱਤਤਾ। ਕਸ਼ਮੀਰ ਜਿੱਤ ਬਹੁਤ ਹੀ ਮਹੱਤਵਪੂਰਨ ਜਿੱਤ ਸੀ। ਇਸ ਨਾਲ ਇੱਕ ਤਾਂ ਕੀ ਮਹੱਤਤਾ ਹੋਈ ਕਿ ਇਹ ਵਪਾਰਿਕ ਪੱਖ ਤੋਂ ਬਹੁਤ ਮਹੱਤਵਪੂਰਨ ਸੀ। ਦੂਸਰਾ ਆਮਦਨ ਦੇ ਵਿੱਚ ਰਣਜੀਤ ਸਿੰਘ ਨੂੰ ਬਹੁਤ ਵਾਧਾ ਹੋਇਆ ਕਿਉਂਕਿ 36 ਲੱਖ ਰੁਪਇਆ ਵਾਰਸ਼ਿਕ ਆਮਦਨ ਹੋਣੀ ਸ਼ੁਰੂ ਹੋ ਗਈ ਸੀ। ਇਸ ਨਾਲ ਰਣਜੀਤ ਸਿੰਘ ਦਾ ਰਾਜ ਵਿਸਥਾਰ ਹੋਇਆ ਔਰ ਨਾਲ ਹੀ ਅਫਗਾਨਾਂ ਦੀ ਸ਼ਕਤੀ ਨਸ਼ਟ ਹੋ ਗਈ ਸੀ। ਇਹ ਤਾਂ ਸੀ ਵਿਦਿਆਰਥੀਓ ਕਸ਼ਮੀਰ ਦੀ ਜਿੱਤ। ਨੈਕਸਟ ਹੈ ਅਟਕ ਦੀ ਜਿੱਤ 1813 ਈਸਵੀ। ਅਟਕ ਵੀ ਬਹੁਤ ਮਹੱਤਵਪੂਰਨ ਕਿਲਾ ਸੀਗਾ ਸੈਨਿਕ ਪੱਖ ਤੋਂ। ਅਟਕ ਨੂੰ ਉਸ ਵੇਲੇ ਇਹ ਕਿਹਾ ਗਿਆ ਕਿ ਕੈਪਟਨ ਮੂਰੇ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਮੋਹਕਮ ਚੰਦ ਦੇ ਅਧੀਨ 12,000 ਸਿਪਾਹੀ ਭੇਜਣ ਦਾ ਵਚਨ ਦਿੱਤਾ ਸੀ। ਇਸੇ ਤਰ੍ਹਾਂ ਇਤਿਹਾਸਕਾਰ ਵੇਡ ਦਾ ਵਿਚਾਰ ਹੈ ਕਿ ਨਾਲ ਹੀ ਰਣਜੀਤ ਸਿੰਘ ਨੇ ਰਜੌਰੀ ਅਤੇ ਪੀਰ ਪੰਚਾਲ ਦੇ ਰਸਤੇ ਅਫਗਾਨ ਸੈਨਾ ਦੇ ਲੰਘਣ ਦੀ ਸੌਖ ਵੀ ਦਿੱਤੀ। ਇਸ ਸਹਾਇਤਾ ਦੇ ਬਦਲ ਰਣਜੀਤ ਸਿੰਘ ਨੂੰ ਕਸ਼ਮੀਰ ਦੀ ਲੁੱਟ ਦੇ ਮਾਲ ਵਿੱਚੋਂ 9 ਲੱਖ ਰੁਪਇਆ ਦੇਣ ਦਾ ਵਚਨ ਹੋਇਆ ਸੀ। ਉਸ ਤੋਂ ਬਾਅਦ ਨੈਕਸਟ ਹੈ ਕਿ ਸੋਹਣ ਲਾਲ ਨੇ ਲਿਖਿਆ ਕਿ ਇਸ ਸਮਝੌਤੇ ਅਨੁਸਾਰ ਫਤਿਹ ਖਾਨ ਨੇ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਵਿੱਚ ਸਹਾਇਤਾ ਕਰਨਾ ਅਤੇ 1 ਲੱਖ ਰੁਪਇਆ ਵਾਰਸ਼ਿਕ ਨਜ਼ਰਾਨੇ ਦੇ ਰੂਪ ਵਿੱਚ ਦੇਣ ਦਾ ਵਚਨ ਕੀਤਾ। ਰਣਜੀਤ ਸਿੰਘ ਦੁਆਰਾ ਅਪ੍ਰੈਲ 1813 ਈਸਵੀ ਨੂੰ ਲਿਖੇ ਗਏ ਪੱਤਰ ਤੋਂ ਪਤਾ ਲੱਗਦਾ ਹੈ ਕਿ ਲਾਹੌਰ ਦਰਬਾਰ ਨੂੰ ਕਸ਼ਮੀਰ ਦੀ ਲੁੱਟ ਵਿੱਚੋਂ ਤੀਜਾ ਹਿੱਸਾ ਮਿਲਣਾ ਸੀ। ਔਰ ਇਸ ਤਰ੍ਹਾਂ ਨਾਲ ਅਸੀਂ ਅੱਗੇ ਦੇਖਦੇ ਹਾਂ ਕਿ ਅਟਕ ਉੱਤੇ ਅਧਿਕਾਰ 1813 ਈਸਵੀ ਔਰ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਉੱਤੇ ਅਧਿਕਾਰ ਕਰ ਲਿਆ ਸੀ। ਉਸ ਤੋਂ ਬਾਅਦ ਹੈ ਹਜ਼ਰੋਂ ਦੀ ਲੜਾਈ 1813 ਈਸਵੀ। ਹਜ਼ਰੋਂ ਦੇ ਇਲਾਕੇ ਤੇ ਵੀ
ਮਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਧਿਕਾਰ ਕਰ ਲਿਆ ਸੀ। ਔਰ ਹਜ਼ਰੋਂ ਦੀ ਲੜਾਈ ਦੇ ਮਹੱਤਵ ਦੀ ਅਸੀਂ ਗੱਲ ਕਰਦੇ ਹਾਂ ਕਿ ਅਟਕ ਉੱਤੇ ਸਿੱਖਾਂ ਦੀ ਪ੍ਰਭੂ ਸੱਤਾ। ਲੜਾਈ ਦਾ ਮਹੱਤਵ ਕੀ ਨਿਕਲਿਆ ਕਿ ਪੂਰੇ ਅਟਕ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਭੂ ਸੱਤਾ ਤੋਂ ਭਾਵ ਕਿ ਉਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਗਿਆ ਸੀ ਔਰ ਆਸ-ਪਾਸ ਦੇ ਔਰ ਉਸ ਇਲਾਕੇ ਦੇ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਭੂ ਸੱਤਾ ਸਵੀਕਾਰ ਕਰ ਲਈ ਸੀ। ਉਸ ਤੋਂ ਬਾਅਦ ਨੈਕਸਟ ਹੈ ਸਿੱਖਾਂ ਦੀ ਸ਼ਕਤੀ ਵਿੱਚ ਵਾਧਾ ਅਤੇ ਉਹਨਾਂ ਵਿੱਚ ਆਤਮ ਵਿਸ਼ਵਾਸ, ਕਿਉਂਕਿ 2 ਵਾਰੀ ਅਫਗਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਨੇ ਹਰਾ ਦਿੱਤਾ ਸੀ ਔਰ 2 ਵਾਰੀ ਹਰਾਉਣ ਦੇ ਨਾਲ ਅਫਗਾਨ, ਕਿਉਂਕਿ ਅਫਗਾਨ ਉਸ ਵੇਲੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਮਝਦੇ ਸਨ ਔਰ ਇਸ ਕਰਕੇ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਪੈਦਾ ਹੋ ਗਿਆ ਸੀ, ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਬੜਾ ਵੱਧ ਗਿਆ ਸੀ। ਅਫਗਾਨ ਸ਼ਕਤੀ ਦਾ ਪਤਨ, 3rd ਪੁਆਇੰਟ ਹੈ ਸਾਡੇ ਕੋਲ ਕਿ ਅਫਗਾਨ ਸ਼ਕਤੀ, ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅਫਗਾਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਮਝਦੇ ਸਨ, ਇਸ ਕਰਕੇ ਅਫਗਾਨ ਸ਼ਕਤੀ ਨੂੰ 2 ਵਾਰੀ ਹਰਾਉਣ ਦੇ ਨਾਲ ਉਹਨਾਂ ਦਾ ਖਾਤਮਾ ਹੋ ਗਿਆ ਸੀ। ਬੈਨ ਹੂਗਲ ਨੇ ਲਿਖਿਆ ਕਿ ਉਸ ਸਮੇਂ ਭਾਰਤ ਵਿੱਚ ਮੁਸਲਮਾਨ ਸ਼ਕਤੀਆਂ ਪਹਿਲਾਂ ਤੋਂ ਹੀ ਸਮਾਪਤ ਹੋ ਰਹੀਆਂ ਸਨ ਅਤੇ ਇੱਧਰ ਅਟਕ ਦੀ ਲੜਾਈ ਦੇ ਫਲਸਰੂਪ ਮੁਸਲਮਾਨਾਂ ਦੇ ਸਮੂਹ ਦੌੜਨ ਲੱਗ ਪਏ। ਬੈਰਨ ਅਤੇ ਖੁਸ਼ਵੰਤ ਸਿੰਘ ਨੇ ਵੀ ਇਸ ਨੂੰ ਅਫਗਾਨਾਂ ਉੱਤੇ ਸਿੱਖਾਂ ਦੀ ਪਹਿਲੀ ਅਤੇ ਅਸਲੀ ਜਿੱਤ ਦੱਸਿਆ ਹੈ। ਉਸ ਤੋਂ ਬਾਅਦ ਨੈਕਸਟ ਹੈ ਦੂਜੀਆਂ ਜਿੱਤਾਂ ਲਈ ਰਾਹ ਖੁੱਲ੍ਹ ਜਾਣਾ ਕਿ ਹਜਰੋਂ ਦੀ ਲੜਾਈ ਦੇ ਨਾਲ ਕਿਉਂਕਿ ਅਟਕ ਦੇ ਕਿਲੇ ਨੂੰ ਜਦੋਂ ਜਿੱਤ ਲਿਆ ਤਾਂ 2 ਵਾਰੀ ਅਫਗਾਨਾਂ ਨੂੰ ਹਰਾਉਣ ਤੋਂ ਬਾਅਦ ਦੂਸਰੀਆਂ ਹੋਰ ਜਿੱਤਾਂ ਦੇ ਲਈ ਮਹਾਰਾਜਾ ਰਣਜੀਤ ਸਿੰਘ ਦਾ ਰਾਸਤਾ ਖੁੱਲ੍ਹ ਗਿਆ ਸੀ। ਔਰ ਨੈਕਸਟ ਹੈ ਆਰਥਿਕ ਲਾਭ। ਅਟਕ ਦਾ ਕਿਲਾ ਹੱਥ ਲੱਗਣਾ ਰਣਜੀਤ ਸਿੰਘ ਦੀ ਕੇਵਲ ਰਾਜਨੀਤਿਕ ਪੱਖੋਂ ਹੀ ਸ਼ਕਤੀ ਨਹੀਂ ਵਧੀ, ਸਗੋਂ ਉਸ ਦਾ ਹੋਰ ਆਰਥਿਕ ਪੱਖ ਤੋਂ ਵੀ ਉਸ ਨੂੰ ਬਹੁਤ ਲਾਭ ਹੋਇਆ ਸੀ। ਨੈਕਸਟ ਹੈ ਸਿੱਖ ਸ਼ਕਤੀ ਦਾ ਸੰਗਠਨ। ਸਿੱਖ ਸ਼ਕਤੀ ਪੂਰੀ ਤਰ੍ਹਾਂ ਆਰਗੇਨਾਈਜ਼ ਹੋ ਚੁੱਕੀ ਸੀ ਇਸ ਵੇਲੇ ਤੱਕ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਆਤਮ ਵਿਸ਼ਵਾਸ ਵੱਧ ਚੁੱਕਿਆ ਸੀ। ਡਾਕਟਰ NK ਸਿਨਹਾ ਨੇ ਇਸ ਸੰਬੰਧ ਦੇ ਵਿੱਚ ਲਿਖਿਆ ਹੈ ਕਿ ਜੇਕਰ ਫਤਿਹ ਖਾਂ ਜੇਤੂ ਹੁੰਦਾ ਅਤੇ ਅਟਕ ਉੱਤੇ ਉਸ ਦਾ ਅਧਿਕਾਰ ਹੁੰਦਾ ਤਾਂ ਝੰਗ ਅਤੇ ਸਿੰਧ ਸਾਗਰ ਦੁਆਬੇ ਦੇ ਮੁਸਲਮਾਨ ਜ਼ਰੂਰ ਹੀ ਕਾਬਲ ਦੀ ਅਧੀਨਤਾ ਪ੍ਰਵਾਨ ਕਰ ਲੈਂਦੇ। ਇਹਨਾਂ ਸਾਰੀਆਂ ਗੱਲਾਂ ਨਾਲ ਪੰਜਾਬ ਵਿੱਚ ਰਣਜੀਤ ਸਿੰਘ ਦੇ ਵੱਧਦੇ ਹੋਏ ਪ੍ਰਭਾਵ ਲਈ ਬਿਨਾਂ ਸ਼ੱਕ ਦੇ ਮਾਰੂ ਨਤੀਜੇ ਨਿਕਲਦੇ। ਉਸ ਤੋਂ ਬਾਅਦ ਹੈ ਡੇਰਾ ਜ਼ਾਤ ਦੀ ਜਿੱਤ। ਪਹਿਲਾ ਹੈ ਡੇਰਾ ਜ਼ਾਤ ਦੇ ਇਲਾਕੇ ਵਿੱਚ ਡੇਰਾ ਗਾਜ਼ੀ ਖਾਂ ਦੀ ਜਿੱਤ ਹੈ। ਫਸਟਲੀ ਕਿ ਡੇਰਾ ਗਾਜ਼ੀ ਖਾਂ ਦੇ ਇਲਾਕੇ ਤੇ ਰਣਜੀਤ ਸਿੰਘ ਨੇ ਹਮਲਾ ਕੀਤਾ ਔਰ ਉਸ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਇਸੇ ਤਰ੍ਹਾਂ ਡੇਰਾ ਇਸਮਾਈਲ ਖਾਂ, ਮਨਕੇਰਾ ਅਤੇ ਬੰਨੂ ਦੇ ਇਲਾਕਿਆਂ ਤੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜਿੱਤ ਕਾਇਮ ਕਰ ਲਈ ਸੀ। ਉਸ ਤੋਂ ਬਾਅਦ ਨੈਕਸਟ ਹੈ ਪੇਸ਼ਾਵਰ ਦੀ ਜਿੱਤ ਕਿ ਭਾਰਤ ਦੇ ਉੱਤਰ ਪੱਛਮ ਦੇ ਵਿੱਚ ਪੇਸ਼ਾਵਰ ਬਹੁਤ ਹੀ ਮਹੱਤਵਪੂਰਨ ਇਲਾਕਾ ਸੀ ਔਰ ਪੇਸ਼ਾਵਰ ਦੇ ਉੱਤੇ ਇਸ ਕਰਕੇ ਜਿੱਤਣ ਦੇ ਲਈ ਪੇਸ਼ਾਵਰ ਤੇ ਪਹਿਲਾ ਹਮਲਾ ਕੀਤਾ ਰਣਜੀਤ ਸਿੰਘ ਨੇ, ਜਿਸ ਦੇ ਵਿੱਚ ਭਾਰੀ ਨਜ਼ਰਾਨੇ ਲੈ ਕੇ ਉਸ ਤੋਂ ਬਾਅਦ ਰਣਜੀਤ ਸਿੰਘ ਵਾਪਸ ਆਇਆ ਤਾਂ ਪੇਸ਼ਾਵਰ ਤੇ ਦੁਬਾਰਾ ਉਹਨਾਂ ਨੇ ਆਪਣਾ ਅਧਿਕਾਰ ਕਰ ਲਿਆ ਸੀ। ਪੇਸ਼ਾਵਰ ਤੇ ਰਣਜੀਤ ਸਿੰਘ ਦੇ ਹੱਥੋਂ ਚਲਾ ਗਿਆ। ਉਸ ਤੋਂ ਬਾਅਦ ਨੈਕਸਟ ਹੈ ਪੇਸ਼ਾਵਰ ਤੇ ਦੂਜਾ ਹਮਲਾ 1819 ਈਸਵੀ ਦੇ ਵਿੱਚ ਹੋਇਆ, ਜਿਸ ਦੇ ਵਿੱਚ ਰਣਜੀਤ ਸਿੰਘ ਨੇ ਆਪਣਾ ਕਾਫੀ ਮੁਸ਼ੱਕਤ ਤੋਂ ਬਾਅਦ ਪੇਸ਼ਾਵਰ ਉੱਤੇ ਕਬਜ਼ਾ ਕਰ ਲਿਆ ਸੀ, ਲੇਕਿਨ ਬਾਅਦ ਦੇ ਵਿੱਚ ਫਿਰ ਉਹ ਯਾਰ ਮੁਹੰਮਦ ਖਾਨ ਦੇ ਹਵਾਲੇ ਦੇ ਵਿੱਚ ਉਸ ਦੇ ਅੰਡਰ ਆ ਗਿਆ ਸੀਗਾ ਪੇਸ਼ਾਵਰ। ਉਸ ਤੋਂ ਬਾਅਦ ਹੈ ਪੇਸ਼ਾਵਰ ਉੱਤੇ ਤੀਜਾ ਹਮਲਾ, ਜਿਸ ਦੇ ਵਿੱਚ ਨੌਸ਼ਹਿਰਾ ਜਾਂ ਟਿੱਬਾ ਟਹਿਰੀ ਦੀ ਜਗ੍ਹਾ ਤੇ ਲੜਾਈ ਹੋਈ ਸੀ ਮਾਰਚ 1823 ਈਸਵੀ ਦੇ ਵਿੱਚ ਔਰ ਇਸ ਲੜਾਈ ਦੇ ਵਿੱਚ ਰਣਜੀਤ ਸਿੰਘ ਜੇਤੂ ਰਹੇ ਸਨ। ਉਸ ਤੋਂ ਬਾਅਦ ਨੈਕਸਟ ਹੈ ਨੌਸ਼ਹਿਰਾ ਦੀ ਲੜਾਈ ਦਾ ਮਹੱਤਵ ਕੀ ਸੀ ਕਿ ਇਸ ਦੇ ਵਿੱਚ ਆਤਮ ਵਿਸ਼ਵਾਸ ਰਣਜੀਤ ਸਿੰਘ ਦੀ ਸੈਨਾ ਦਾ ਬਹੁਤ ਵੱਧ ਚੁੱਕਿਆ ਸੀ, ਅਫਗਾਨਾਂ ਦੀ ਸ਼ਕਤੀ ਬਹੁਤ ਵੱਧ ਚੁੱਕੀ ਸੀ। ਇਸੇ ਤਰ੍ਹਾਂ ਪੇਸ਼ਾਵਰ ਉੱਤੇ ਚੌਥਾ ਹਮਲਾ ਹੋਇਆ ਔਰ ਉਸ ਤੋਂ ਬਾਅਦ ਪੇਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਮਿਲਾ ਲਿਆ ਗਿਆ ਔਰ ਦੋਸਤ ਮੁਹੰਮਦ ਖਾਨ ਦੁਆਰਾ ਪੇਸ਼ਾਵਰ ਤੇ ਦੁਬਾਰਾ ਕਬਜ਼ਾ ਕਰਨ ਦੇ ਯਤਨ ਕੀਤੇ ਪਰ ਉਹ ਸਫਲ ਨਹੀਂ ਹੋ ਸਕੇ। ਇਸ ਤਰ੍ਹਾਂ ਪੇਸ਼ਾਵਰ ਵੀ ਸਿੱਖ ਸਾਮਰਾਜ ਦਾ ਇੱਕ ਹਿੱਸਾ ਬਣ ਗਿਆ ਸੀ। ਤਾਂ ਉਮੀਦ ਹੈ ਵਿਦਿਆਰਥੀਓ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਣਾ ਹੈ। ਧੰਨਵਾਦ।